ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ ਤੇ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ ਤੀਜੇ ਸਮੈਸਟਰ ਦੇ ਨਾਲ ਸੰਬੰਧਿਤ ਹੈ। ਵਿਸ਼ਾ ਹੈ ਚੋਣਵੀਂ ਪੰਜਾਬੀ ਤੇ ਇਸ ਵਿਸ਼ੇ ਦੀ ਨਿਰਧਾਰਤ ਪਾਠ ਪੁਸਤਕ ਹੈ ਮੱਧਕਾਲੀ ਪੰਜਾਬੀ ਕਾਵਿ ਰੰਗ। ਇਸ ਵਿੱਚੋਂ ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਪੜ੍ਹਨੀਆਂ। ਇਸ ਤੋਂ ਪਹਿਲਾਂ ਇਸ ਪਾਠ ਪੁਸਤਕ ਦੇ ਵਿੱਚੋਂ ਕਾਫੀ ਕੰਮ ਮੈਂ ਪਹਿਲਾਂ ਹੀ ਕੀਤਾ ਹੋਇਆ ਹੈਗਾ ਇਸ ਚੈਨਲ ਤੇ ਇਸ ਤੋਂ ਇਲਾਵਾ ਇਸੇ ਵਿਸ਼ੇ ਦੀ ਦੂਸਰੀ ਪਾਠ ਪੁਸਤਕ ਹੈ ਸਫ਼ਰਨਾਮਾ ਦੁਨੀਆ ਇੱਕ ਮਹੱਲ ਹੈ। ਇਸ ਦੇ ਨਾਲ ਸੰਬੰਧਿਤ ਕਾਫੀ ਸਾਰਾ ਕੰਮ ਕੀਤਾ ਹੈ ਚੈਨਲ ਤੇ। ਜਿਹੜੇ ਵਿਦਿਆਰਥੀਆਂ ਨੇ ਅਜੇ ਤੱਕ ਇਹ ਵੀਡੀਓਜ਼ ਨਹੀਂ ਵੇਖੀਆਂ ਉਹ ਇਸ ਚੈਨਲ ਦਾ ਲਾਭ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਜਿਹਾ ਕਰ ਸਕਦੇ ਹੈਗੇ ਨੇ। ਸੋ ਅੱਜ ਅਸੀਂ ਪੜ੍ਹਨਾ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਸਿੱਖ ਧਰਮ ਦੇ ਵਿੱਚ 10ਵੇਂ ਗੁਰੂ ਅਖਵਾਏ ਨੇ ਅਤੇ ਉਹ ਮਹਾਨ ਯੋਧੇ, ਸੈਨਾਪਤੀ, ਧਾਰਮਿਕ ਆਗੂ, ਸਮਾਜ ਸੁਧਾਰਕ, ਆਤਮਦਰਸ਼ੀ, ਮਹਾਂਪੁਰਖ ਹੋਣ ਤੋਂ ਇਲਾਵਾ ਇੱਕ ਉੱਚ ਕੋਟੀ ਦੇ ਕਵੀ ਅਤੇ ਸਾਹਿਤ ਰਸੀਏ ਵੀ ਸਨ। ਇਤਿਹਾਸ ਵਿੱਚ ਜ਼ਿਕਰ ਹੈ ਕਿ ਉਹਨਾਂ ਦੇ ਦਰਬਾਰ ਦੇ ਵਿੱਚ 52 ਕਵੀ ਸੀਗੇ ਅਤੇ ਇਹਨਾਂ ਕਵੀਆਂ ਦੀ ਸਹਾਇਤਾ ਦੇ ਨਾਲ ਉਹਨਾਂ ਨੇ ਬਹੁਤ ਸਾਰਾ ਸਾਹਿਤ ਇਕੱਤਰ ਕੀਤਾ, ਪਰੰਤੂ ਆਪ ਦੀ ਸਾਰੀ ਉਮਰ ਜੰਗਾਂ ਯੁੱਧਾਂ ਦੇ ਵਿੱਚ ਬਤੀਤ ਹੋਈ। ਇਸ ਕਰਕੇ ਉਹਨਾਂ ਦਾ ਰਚਿਆ ਹੋਇਆ ਕਾਫੀ ਸਾਰਾ ਸਾਹਿਤ ਨਸ਼ਟ ਵੀ ਹੋ ਗਿਆ। ਉਹਨਾਂ ਦਾ ਜਨਮ 1666 ਈਸਵੀ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹੀ ਦੇ ਘਰੇ ਹੋਇਆ ਅਤੇ ਕੁਝ ਸਮਾਂ ਪਟਨਾ ਸਾਹਿਬ ਰਹਿ ਕੇ ਆਪ ਅਨੰਦਪੁਰ ਸਾਹਿਬ ਆ ਗਏ ਅਤੇ 1675 ਈਸਵੀ ਦੇ ਵਿੱਚ ਜਦੋਂ ਆਪ ਜੀ ਦੇ ਪਿਤਾ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਤਾਂ ਆਪ ਗੁਰਗੱਦੀ 'ਤੇ ਬੈਠੇ ਅਤੇ ਆਪ ਜੀ ਨੇ ਆਪਣੇ ਪਿਤਾ ਦੀ ਸ਼ਹੀਦੀ ਨੂੰ ਸਿੱਖ ਕੌਮ ਦੀ ਜ਼ਿੰਦਗੀ ਅਤੇ ਅਣਖ ਉੱਤੇ ਚੋਟ ਸਮਝ ਕੇ ਸਿੱਖ ਪੰਥ ਨੂੰ ਇੱਕ ਸੈਨਿਕ ਜਥੇਬੰਦੀ ਦੇ ਰੂਪ ਦੇ ਵਿੱਚ ਸੰਗਠਿਤ ਕਰਨ ਦਾ ਯਤਨ ਕੀਤਾ ਅਤੇ ਉਹਨਾਂ ਨੇ ਫਿਰ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਉਹਨਾਂ ਦੀ ਜੋ ਰਚਨਾ ਹੈ ਉਹ ਸਭ ਤੋਂ ਮਹੱਤਵਪੂਰਨ ਹੈ ਚੰਡੀ ਦੀ ਵਾਰ ਅਤੇ ਇੱਕ ਸ਼ਬਦ ਹੈ ਮਿੱਤਰ ਪਿਆਰੇ ਨੂੰ। ਇਹ ਪੰਜਾਬੀ 'ਚ ਮਿਲਦੇ ਨੇ, ਪਰੰਤੂ ਜਾਪ ਸਾਹਿਬ, ਬਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਚਰਿੱਤਰ, ਸ਼ਸਤਰਨਾਮਾ, ਬਹੁਤ ਸਾਰੇ ਸ਼ਬਦ ਸਵਈਏ ਅਤੇ ਗੋਬਿੰਦ ਗੀਤਾ ਬ੍ਰਜ ਭਾਸ਼ਾ ਦੇ ਵਿੱਚ ਹੈਗੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਫਾਰਸੀ ਦੇ ਵਿੱਚ ਔਰੰਗਜ਼ੇਬ ਨੂੰ ਇੱਕ ਜ਼ਫ਼ਰਨਾਮਾ ਲਿਖਿਆ ਸੀਗਾ ਅਤੇ ਨਾਲ ਅਕਾਇਤਾਂ ਇਹ ਵੀ ਸ਼ਾਮਲ ਹੈਗੇ ਨੇ ਅਤੇ ਉਹਨਾਂ ਦੀ ਰਚੀ ਹੋਈ ਚੰਡੀ ਦੀ ਵਾਰ ਪੰਜਾਬੀ ਦੇ ਵੀਰਸੀ ਸਾਹਿਤ ਦਾ ਵਿੱਚ ਲਾਸਾਨੀ ਦਰਜਾ ਰੱਖਦੀ ਹੈਗੀ ਹੈ ਅਤੇ ਸਾਡੇ ਸਿਲੇਬਸ ਦੇ ਵਿੱਚ ਵੀ ਇਹੀ ਹੈ। ਅਤੇ ਇਹਦਾ ਜੋ ਪਹਿਲਾ ਭਾਗ ਹੈ ਖਿਆਲ ਪਾਤਸ਼ਾਹੀ 10ਵੀਂ, ਜਿਹੜਾ ਇਹ ਵਾਲਾ ਭਾਗ ਹੈ ਇਹ ਮਿੱਤਰ ਪਿਆਰੇ ਨੂੰ ਨਾਂ ਹੇਠ ਵੀ ਕਈ ਕਿਤਾਬਾਂ ਦੇ ਵਿੱਚ ਮਿਲਦਾ ਹੈਗਾ ਅਤੇ ਖਿਆਲ ਪਾਤਸ਼ਾਹੀ 10ਵੀਂ ਇਹਦੇ ਵਿੱਚ ਵੀ ਮਿਲਦਾ ਹੈ। ਤਾਂ ਇਸ ਸ਼ਬਦ ਦੇ ਜੋ ਅਰਥ ਹੈਗੇ ਨੇ ਇਹ ਪਹਿਲਾਂ ਹੀ ਇਸ ਚੈਨਲ ਉੱਤੇ ਅਪਲੋਡ ਕੀਤੇ ਹੋਏ ਹੈਗੇ ਨੇ ਅਤੇ ਇਸ ਵੀਡੀਓ ਦੇ ਇਸ ਕਲਾਸ ਦੀ ਪਲੇਲਿਸਟ ਦੇ ਵਿੱਚ ਵੀ ਮੈਂ ਪਾ ਦਿੱਤੇ ਹੈਗੇ ਨੇ। ਸੋ ਅੱਜ ਆਪਾਂ ਇੱਥੋਂ ਸ਼ੁਰੂ ਕਰਾਂਗੇ ਵਾਰ ਦੁਰਗਾ ਕੀ ਪਾਤਸ਼ਾਹੀ 10ਵੀਂ, ਯਾਨੀ ਵਿਦਿਆਰਥੀ ਇਹ ਵਾਲਾ ਭਾਗ ਜ਼ਰੂਰ ਪੜ੍ਹਨ ਕਿਉਂਕਿ ਇਹ ਚੰਡੀ ਦੀ ਵਾਰ ਦਾ ਹੀ ਇੱਕ ਭਾਗ ਹੈਗਾ। ਠੀਕ ਹੈ, ਤਾਂ ਹੁਣ ਵਾਰ ਦੁਰਗਾ ਕੀ ਪਾਤਸ਼ਾਹੀ 10ਵੀਂ ਇਹ ਪੜ੍ਹਨਾ ਹੈਗਾ ਅੱਜ ਆਪਾਂ ਨੇ। ਤਾਂ ਇਸ ਭਾਗ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਵਾਇਤ ਦੇ ਅਨੁਸਾਰ ਆਪਣਾ ਜੋ ਚੰਡੀ ਦੀ ਵਾਰ ਲਿਖਣ ਤੋਂ ਪਹਿਲਾਂ ਉਸ ਪਰਮਾਤਮਾ ਦੀ ਉਸਤਤ ਕਰਦੇ ਹੋਏ ਆਪਣੇ ਤੋਂ ਪਹਿਲਾਂ ਦੇ ਜਿਹੜੇ ਗੁਰੂ ਹੋਏ ਹੈਗੇ ਨੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਇਹ ਵਾਲਾ ਭਾਗ ਰਚਿਆ ਹੈਗਾ, ਲਿਖਿਆ ਹੈਗਾ। ਤਾਂ ਉਹ ਕੀ ਕਹਿੰਦੇ ਹੈਗੇ ਨੇ ਭਾਵ ਅਸੀਂ ਜਿਹੜਾ ਪ੍ਰਸੰਗ ਲਿਖਾਂਗੇ ਕਿ ਇਹ ਕਾਵਿ ਟੁੱਟਾ ਮੱਧਕਾਲੀ ਪੰਜਾਬੀ ਕਾਵਿ ਰੰਗ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਾਰ ਪਾਤਸ਼ਾਹੀ ਜੀ ਕੀ ਵਾਰ ਦੁਰਗਾ ਕੀ ਪਾਤਸ਼ਾਹੀ 10ਵੀਂ ਵਿੱਚੋਂ ਲਿਆ ਗਿਆ ਹੈ। ਅਸੀਂ ਇੱਥੇ ਨਾਮ ਲਿਖਾਂਗੇ ਨਾ ਉਹਦਾ ਕਵਿਤਾ ਦਾ। ਇਸ ਵਾਰ ਵਿੱਚ ਗੁਰੂ ਸਾਹਿਬ ਨੇ ਦੁਰਗਾ ਦੇਵੀ ਅਤੇ ਰਾਖਸ਼ਾਂ ਦੇ ਯੁੱਧ ਦਾ ਵਰਣਨ ਕੀਤਾ ਹੈ ਜਿਸ ਵਿੱਚ ਦੁਰਗਾ ਦੇਵੀ ਜੇਤੂ ਹੁੰਦੀ ਹੈ ਅਤੇ ਇਸ ਵਾਰ ਦਾ ਜੋ ਆਰੰਭ ਹੈ ਉਹ ਪੌੜੀਆਂ ਵਿੱਚ ਲਿਖੇ ਹੋਏ ਮੰਗਲਾਚਰਨ ਦੇ ਨਾਲ ਆਰੰਭ ਹੁੰਦਾ ਹੈ। ਹੁਣ ਇਹ ਜੇ ਕਹਿਣ ਦਾ ਭਾਵ ਚੰਡੀ ਦੀ ਵਾਰ ਦਾ ਮੰਗਲਾਚਰਨ ਹੈਗਾ। ਠੀਕ ਹੈ, ਅਤੇ ਇਹਨਾਂ ਸਤਰਾਂ ਦੇ ਵਿੱਚ ਆਪ ਜੀ ਨੇ ਮੰਗਲਾਚਰਨ ਦੀ ਪਹਿਲੀ ਪੌੜੀ ਮੁਕੰਮਲ ਕੀਤੀ ਹੈਗੀ ਹੈ ਅਤੇ ਇਸ ਵਿੱਚ ਗੁਰੂ ਸਾਹਿਬ ਨੇ
ਦੁਰਗਾ ਦੇਵੀ ਤੇ ਰਾਖਸ਼ਾਂ ਦੇ ਯੁੱਧ ਦਾ ਪਿਛੋਕੜ ਤੇ ਇਸ ਯੁੱਧ ਦਾ ਹਾਲ ਵਰਣਨ ਕਰਨ ਤੋਂ ਪਹਿਲਾਂ ਰਵਾਇਤੀ ਢੰਗ ਦੇ ਨਾਲ ਆਪਣੇ ਇਸ਼ਟ ਅਕਾਲ ਪੁਰਖ ਅਤੇ ਆਪਣੇ ਤੋਂ ਪਹਿਲੇ 9 ਸਿੱਖ ਗੁਰੂਆਂ ਦੀ ਆਰਾਧਨਾ ਕਰਦੇ ਹੋਏ ਉਹਨਾਂ ਪਾਸੋਂ ਸਹਾਇਤਾ ਦੀ ਮੰਗ ਕੀਤੀ ਹੈਗੀ ਹੈ। ਅਤੇ ਜੋ ਇਹ ਵਾਲਾ ਭਾਗ ਹੈਗਾ ਇਹ ਸਾਡੀ ਜੋ ਅਰਦਾਸ ਅਸੀਂ ਕਰਦੇ ਹੈਗੇ ਹਾਂ ਉਸ ਦਾ ਪਹਿਲਾ ਭਾਗ ਹੈ। ਅਤੇ ਉਸ ਤੋਂ ਬਾਅਦ ਜਿਹਦੇ ਵਿੱਚ ਅਸੀਂ ਪੜ੍ਹਦੇ ਹੈਗੇ ਹਾਂ ਕਿ 10ਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਹੈ ਨਾ। ਉਸ ਤੋਂ ਬਾਅਦ ਅੱਗੇ ਜੋ ਹੈਗਾ ਭਾਗ ਉਹ ਅਰਦਾਸ ਦਾ ਅਗਲਾ ਭਾਗ ਹੈਗਾ। ਕਹਿਣ ਦਾ ਭਾਵ ਇਹ ਜਿਹੜਾ ਭਾਗ ਹੈ ਉਹ ਸਾਡੀ ਜਿਹੜੀ ਸਿੱਖ ਧਰਮ ਦੇ ਵਿੱਚ ਹੀ ਕੀਤੀ ਜਾਣ ਵਾਲੀ ਅਰਦਾਸ ਹੈ ਉਸ ਦਾ ਆਰੰਭ ਹੈਗਾ, ਠੀਕ ਹੈ, ਜਿਸ ਨੂੰ ਜਿਹੜਾ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚਿਆ ਸੀਗਾ। ਪ੍ਰੀਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਤਾਂ ਇਹਨਾਂ ਲਾਈਨਾਂ ਦੇ ਵਿੱਚ ਗੁਰੂ ਜੀ ਆਪਣੇ ਤੋਂ ਪਹਿਲਾਂ ਹੋਏ 9 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹੋਏ ਕਹਿੰਦੇ ਨੇ ਕਿ ਮੈਂ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਭਾਵ ਸਰਵ ਵਿਆਪਕ ਅਕਾਲ ਪੁਰਖ ਦੀ ਆਰਾਧਨਾ ਕਰਦਾ ਹਾਂ। ਅਤੇ ਉਸ ਤੋਂ ਬਾਅਦ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਉਂਦਾ ਹਾਂ। ਅਤੇ ਉਸ ਤੋਂ ਬਾਅਦ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਵੀ ਜਿਹੜਾ ਹੈ ਉਹਨਾਂ ਦਾ ਸਿਮਰਨ ਕਰਦਾ ਹਾਂ, ਉਹਨਾਂ ਪਾਸੋਂ ਸਹਾਇਤਾ ਦੀ ਮੰਗ ਕਰਦਾ ਹਾਂ, ਰਾਮਦਾਸੇ ਹੋਏ ਸਹਾਇ। ਅਤੇ ਇਸ ਤੋਂ ਬਾਅਦ ਚੌਥੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪਾਸੋਂ ਸਹਾਇਤਾ ਦੀ ਮੰਗ ਕਰਦਾ ਹਾਂ, ਬੇਨਤੀ ਕਰਦਾ ਹਾਂ। ਇਸ ਤੋਂ ਬਾਅਦ ਮੈਂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਦਾ ਸਿਮਰਨ ਕਰਦਾ ਹਾਂ, ਉਹਨਾਂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਅਤੇ ਸ਼੍ਰੀ ਹਰਿ ਰਾਏ ਜੀ ਨੂੰ ਵੀ ਮੈਂ ਯਾਦ ਕਰਦਾ ਹਾਂ, ਉਹਨਾਂ ਦਾ ਵੀ ਸਿਮਰਨ ਕਰਦਾ ਹਾਂ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਇਸ ਤੋਂ ਬਾਅਦ ਮੈਂ 8ਵੀਂ ਪਾਤਸ਼ਾਹੀ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਦਾ ਸਿਮਰਨ ਕਰਦਾ ਹਾਂ, ਜਿਨ੍ਹਾਂ ਨੂੰ ਵੇਖ ਕੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ। ਤੇਗ ਬਹਾਦਰ ਸਿਮਰਿਐ ਘਰ 9 ਨਿਧ ਆਵੈ ਧਾਇ। ਇਸ ਤੋਂ ਪਿੱਛੋਂ ਮੈਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦੇ ਸਿਮਰਨ ਕਰਨ ਦੇ ਨਾਲ ਵਿਅਕਤੀ ਦੇ ਘਰ ਦੇ ਵਿੱਚ 9 ਨਿਧਾਂ ਭਾਵ ਸਾਰੀਆਂ ਬਰਕਤਾਂ ਆ ਜਾਂਦੀਆਂ ਨੇ, ਉਹਨਾਂ ਦਾ ਮੈਂ ਸਿਮਰਨ ਕਰਦਾ ਹਾਂ। ਸਭ ਥਾਈਂ ਹੋਏ ਸਹਾਏ। ਅਤੇ ਉਹ ਅਕਾਲ ਪੁਰਖ ਪਰਮਾਤਮਾ ਆਪ ਹਰ ਇੱਕ ਥਾਂ ਦੇ ਉੱਤੇ ਹਰ ਕਿਸੇ ਦਾ ਸਹਾਈ ਹੁੰਦਾ ਹੈ। ਖੰਡਾ ਪ੍ਰਥਮ ਮਨਾਏ ਕੇ ਜਿਨ ਸਭ ਸੰਸਾਰ ਉਪਾਇਆ। ਹੁਣ ਅਗਲੇ ਭਾਗ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਹੈਗਾ ਵੀ ਕਿਸ ਤਰ੍ਹਾਂ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ ਅਤੇ ਕਿਸ ਤਰ੍ਹਾਂ ਅੱਗੇ ਕੰਮਾਂ ਕਾਰਾਂ ਦੇ ਵਿੱਚ ਲੜਾਈ ਝਗੜਿਆਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਦੇਵਤੇ ਅਤੇ ਰਾਖਸ਼ ਉਲਝੇ। ਇਸ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹੈਗੇ ਨੇ ਕਿ ਖੰਡਾ ਪ੍ਰਥਮ ਮਨਾਏ ਕੇ ਜਿਨ ਸਭ ਸੰਸਾਰ ਉਪਾਇਆ। ਤਾਂ ਗੁਰੂ ਜੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੇ, ਉਸ ਅਕਾਲ ਪੁਰਖ ਨੇ ਪਰਮ ਸ਼ਕਤੀ ਨੂੰ ਜਿਹੜਾ ਹੈ ਮਨਾਇਆ ਅਤੇ ਸਾਰੇ ਸੰਸਾਰ ਨੂੰ ਪੈਦਾ ਕੀਤਾ। ਪਰਮ ਸ਼ਕਤੀ ਇੱਥੇ ਖੰਡੇ ਨੂੰ ਮੰਨਿਆ ਗਿਆ ਹੈਗਾ ਵੀ ਉਸ ਨੂੰ ਮਨਾਇਆ ਅਤੇ ਉਸ ਤੋਂ ਫਿਰ ਇਹ ਸੰਸਾਰ ਦੀ ਰਚਨਾ ਕੀਤੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਬ੍ਰਹਮਾ, ਵਿਸ਼ਨ ਦਾ ਅਰਥ ਵਿਸ਼ਨੂੰ, ਮਹੇਸ਼ ਸ਼ਿਵ ਜੀ, ਇਹਨਾਂ ਨੂੰ ਸਾਜਿਆ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਰੂਪੀ ਜਿਹੜੇ ਦੇਵਤੇ ਹੈਗੇ ਨੇ ਇਹਨਾਂ ਦੀ ਸਿਰਜਣਾ ਕੀਤੀ ਅਤੇ ਇਹ ਕੁਦਰਤ ਦਾ ਸਾਰਾ ਖੇਲ ਬਣਾ ਦਿੱਤਾ। 14 ਤਵਕ ਬਣਾਏ ਕੇ ਕੁਦਰਤ ਦਾ ਖੇਲ ਵਿਖਾਇਆ। ਅਤੇ ਇਸ ਤੋਂ ਬਿਨਾਂ ਗੁਰੂ ਜੀ ਦੱਸਦੇ ਹੈਗੇ ਨੇ ਅਤੇ ਕਿ ਉਸ ਅਕਾਲ ਪੁਰਖ ਨੇ ਫਿਰ ਜਿਹੜੇ ਹੈਗੇ ਨੇ ਸ੍ਰਿਸ਼ਟੀ ਦੇ ਜਿਹੜੇ 14 ਤਵਕ ਮੰਨੇ ਜਾਂਦੇ ਨੇ ਉਹਨਾਂ ਨੂੰ ਬਣਾਇਆ, ਉਹਨਾਂ ਦੀ ਰਚਨਾ ਕੀਤੀ ਅਤੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। ਕੁਦਰਤ ਦੇ ਖੇਲ ਨੂੰ ਜਿਹੜਾ ਹੈ ਖੋਲ੍ਹ ਦਿੱਤਾ। ਸਿੰਧ ਪਰਬਤ ਤੇ ਮੇਦਨੀ ਬਿਨ ਥੰਮਾ ਗਗਨ ਰਹਾਇਆ। ਮੇਦਨੀ ਹੁੰਦੀ ਧਰਤੀ ਅਤੇ ਗਗਨ ਹੈ ਆਕਾਸ਼। ਅਤੇ ਇਸ ਤੋਂ ਪਿੱਛੋਂ ਗੁਰੂ ਜੀ ਦੱਸਦੇ ਹੈਗੇ ਨੇ ਕਿ ਉਸ ਪਰਮਾਤਮਾ ਨੇ ਸਿੰਧ ਪਰਬਤ ਬਣਾਏ ਅਤੇ ਸਮੁੰਦਰ ਬਣਾਏ, ਧਰਤੀ ਬਣਾਈ ਅਤੇ ਬਿਨਾਂ ਹੀ ਥੰਮਾਂ ਤੋਂ ਆਕਾਸ਼ ਨੂੰ ਧਰਤੀ ਦੇ ਉੱਪਰ ਟਿਕਾ ਦਿੱਤਾ। ਸਿਰਜੋ ਦਾਨਨ ਦੇਵਤਾ ਦਿਨ ਅੰਦਰ ਬਾਦ ਰਚਾਇਆ। ਅਤੇ ਇਸ ਤੋਂ ਬਾਅਦ ਉਸ ਨੇ ਦਾਨਵ ਭਾਵ ਰਾਖਸ਼
ਰਾਖਸ਼ਾਂ ਦੀ ਰਚਨਾ ਕੀਤੀ, ਦੇਵਤਿਆਂ ਦੀ ਰਚਨਾ ਕੀਤੀ। 3 ਅੰਦਰ ਬਾਦ ਰਚਾਇਆ। ਬਾਦ ਹੁੰਦਾ ਵੈਰ ਭਾਵਨਾ, ਈਰਖਾ ਦੀ ਭਾਵਨਾ। ਤੇ ਫਿਰ ਇਹਨਾਂ ਹੀ ਦੇਵਤਿਆਂ ਅਤੇ ਰਾਖਸ਼ਾਂ ਦੇ ਅੰਦਰ ਈਰਖਾ ਦੀ ਭਾਵਨਾ ਪੈਦਾ ਕੀਤੀ। ਕਹਿਣ ਦਾ ਮਤਲਬ ਅਸੀਂ ਕਹਿ ਦਿੰਦੇ ਹਾਂ ਵੀ ਉਹਨੂੰ ਈਰਖਾ ਨਾ, ਈਰਖਾ ਸਾਡੀ ਆਪਣੀ ਪੈਦਾ ਨਹੀਂ ਕੀਤੀ ਹੁੰਦੀ, ਇਹ ਪ੍ਰਮਾਤਮਾ ਹੀ ਪੈਦਾ ਕਰਦਾ ਹੈ। ਤਾਂ ਉਹਨਾਂ ਦੇ ਅੰਦਰ ਇਹ ਈਰਖਾ ਦੀ ਭਾਵਨਾ ਪੈਦਾ ਕਰਕੇ ਜਿਹੜਾ ਹੈ ਇਸ ਸੰਸਾਰ ਦਾ ਜੋ ਰਚਨ ਰਚਿਆ। ਤੈਹੀਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਭਾਵ ਜਦੋਂ ਫਿਰ ਉਹਨਾਂ ਦੇ ਅੰਦਰ ਈਰਖਾ ਵੱਧ ਗਈ, ਆਪਾਂ ਅੱਗੇ ਜਾਣਦੇ ਹਾਂ ਵੀ ਚੰਡੀ ਦੀ ਵਾਰ ਦੇ ਵਿੱਚ ਕੀ ਹੋਇਆ, ਦੇਵਤਿਆਂ ਅਤੇ ਰਾਖਸ਼ਾਂ ਦੀ ਲੜਾਈ ਹੋਈ ਹੈ ਨਾ। ਤਾਂ ਉਹਨਾਂ ਦੇ ਅੰਦਰ ਈਰਖਾ ਸੀ ਕਿਤੇ ਆਪਸ ਦੇ ਵਿੱਚ ਉਹਨਾਂ ਨੂੰ ਝਗੜ ਪਏ। ਅਤੇ ਫਿਰ ਉਸ ਤੋਂ ਬਾਅਦ ਉਸ ਪਰਮਾਤਮਾ ਨੇ ਹੀ ਦੁਰਗਾ ਦੇਵੀ ਨੂੰ ਸਾਜਿਆ, ਉਸ ਦੀ ਰਚਨਾ ਕੀਤੀ। ਅਤੇ ਫਿਰ ਪਰਮਾਤਮਾ ਨੇ ਦੁਰਗਾ ਦੇਵੀ ਦੀ ਰਚਨਾ ਕੀਤੀ ਅਤੇ ਉਸ ਦੇ ਹੱਥੋਂ ਰਾਖਸ਼ਾਂ ਭਾਵ ਦੈਂਤਾਂ ਦਾ ਨਾਸ਼ ਕਰਵਾਇਆ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਰਾਵਣ ਕਾਇਆ। ਕਾਇਆ ਹੁੰਦਾ ਜ਼ਖਮੀ ਕਰ ਦਿੱਤਾ। ਕਿ ਗੁਰੂ ਜੀ ਕਹਿੰਦੇ ਹੈਗੇ ਨੇ ਬਲ ਹੁੰਦਾ ਸ਼ਕਤੀ, ਵੀ ਉਸ ਅਕਾਲ ਪੁਰਖ ਪਾਸੋਂ ਹੀ ਸ਼ਕਤੀ ਪ੍ਰਾਪਤ ਕਰਕੇ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਆਪਣੇ ਬਾਣਾਂ ਦੇ ਨਾਲ, ਆਪਣੇ ਤੀਰਾਂ ਦੇ ਨਾਲ ਜ਼ਖਮੀ ਕੀਤਾ ਸੀਗਾ। ਭਾਵ ਉਸ 'ਤੇ ਜਿੱਤ ਪ੍ਰਾਪਤ ਕੀਤੀ ਸੀ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਕੇਸ ਹੁੰਦੇ ਨੇ ਬਾਲਾਂ ਤੋਂ। ਆਪਾਂ ਇਸ ਦੀ ਵੀ ਜਿਹੜੀ ਹੈ ਸਾਨੂੰ ਕਹਾਣੀ ਦਾ ਪਤਾ ਹੈ ਵੀ ਕਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ, ਜੋ ਕਿ ਉਹਦਾ ਮਾਮਾ ਹੀ ਸੀਗਾ, ਅਤੇ ਉਸ ਨੂੰ ਕੇਸਾਂ ਤੋਂ ਪਕੜ ਕੇ ਉਸ ਨੂੰ ਜਿਹੜਾ ਹੈ ਉਧਾਰ ਕੀਤਾ ਸੀਗਾ ਉਸ ਦਾ। ਤਾਂ ਗੁਰੂ ਜੀ ਕਹਿੰਦੇ ਹੈਗੇ ਨੇ ਵੀ ਉਹ ਅਕਾਲ ਪੁਰਖ ਪਾਸੋਂ ਹੀ ਸ਼ਕਤੀ ਲੈ ਕੇ, ਸਮਰੱਥਾ ਲੈ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਉਸਦੇ ਕੇਸਾਂ ਤੋਂ ਪਕੜ ਕੇ ਉਸ ਨੂੰ ਜਿਹੜਾ ਹੈ ਉਸ ਦਾ ਉਧਾਰ ਕੀਤਾ ਸੀਗਾ, ਜਾਂ ਅਸੀਂ ਕਹਿ ਸਕਦੇ ਹਾਂ ਵੀ ਧਰਤੀ ਉੱਤੇ ਪਟਕ ਕੇ ਮਾਰਿਆ ਸੀਗਾ। ਵੱਡੇ ਵੱਡੇ ਮਨ ਦੇਵਤੇ ਕਈ ਯੁੱਗ ਤਿੰਨੀ ਤਨ ਤਾਇਆ। ਤਨ ਹੁੰਦਾ ਸਰੀਰ, ਤਾਇਆ ਦਾ ਅਰਥ ਇੱਥੇ ਇਹ ਹੈ ਕਿ ਤਪੱਸਿਆ ਕੀਤੀ। ਤਾਂ ਉਸ ਪਰਮਾਤਮਾ ਨੇ ਹੀ ਇਹ ਰਿਸ਼ੀ ਮੁਨੀ ਅਤੇ ਦੇਵਤੇ ਪੈਦਾ ਕੀਤੇ ਨੇ। ਅਤੇ ਇਹਨਾਂ ਨੇ ਫਿਰ ਕਈ ਯੁੱਗਾਂ ਤੱਕ ਉਸ ਪਰਮਾਤਮਾ ਦੀ ਜਾਣਕਾਰੀ ਲੈਣ ਲਈ, ਉਸ ਤੱਕ ਪਹੁੰਚਣ ਦੇ ਲਈ ਬਹੁਤ ਸਾਰੀਆਂ ਆਪਣੇ ਸਰੀਰ ਨੂੰ ਕਸ਼ਟ ਦਿੱਤੇ। ਭਾਵ ਉਹਨਾਂ ਨੇ ਬਹੁਤ ਸਾਰੀ ਤਪੱਸਿਆ ਕੀਤੀ, ਪਰ ਕਿੰਨੇ ਤੇਰਾ ਅੰਤ ਨਾ ਪਾਇਆ। ਪਰ ਗੁਰੂ ਜੀ ਕਹਿੰਦੇ ਨੇ ਵੀ ਕਿਸੇ ਨੇ ਵੀ ਉਸ ਸੱਚੇ ਪਰਮਾਤਮਾ ਦਾ, ਅਕਾਲ ਪੁਰਖ ਦਾ ਅੰਤ ਜਾਂ ਉਸ ਦੀ ਸਮਰੱਥਾ, ਜਾਂ ਉਸ ਦੇ ਜੋ ਬਲ, ਉਹਦੀ ਜਾਣਕਾਰੀ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋ ਸਕੀ। ਉਸ ਪਰਮਾਤਮਾ ਦਾ ਅੰਤ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਿਆ। ਸਾਧੂ ਸਤਯੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ। ਹੁਣ ਅਗਲੀਆਂ ਲਾਈਨਾਂ ਦੇ ਵਿੱਚ ਗੁਰੂ ਜੀ ਨੇ ਦੱਸਿਆ ਹੈਗਾ ਕਿ ਜਿਵੇਂ ਅਸੀਂ ਜਾਣਦੇ ਹੈਗੇ ਹਾਂ ਕਿ ਸਭ ਤੋਂ ਪਹਿਲਾਂ ਸਤਯੁਗ ਸੀਗਾ, ਉਸ ਤੋਂ ਬਾਅਦ ਤ੍ਰੇਤਾ ਆਇਆ, ਅਤੇ ਉਸ ਤੋਂ ਬਾਅਦ ਫਿਰ ਕਲਯੁਗ ਆਇਆ। ਠੀਕ ਹੈ। ਤਾਂ ਉਹਨਾਂ ਦੇ ਗੁਣਾਂ ਦਾ ਜਿਹੜਾ ਵਰਣਨ ਕੀਤਾ ਹੋਇਆ ਹੈਗਾ ਉਹਨਾਂ ਨੇ, ਗੁਰੂ ਜੀ ਨੇ ਇਸ ਭਾਗ ਦੇ ਵਿੱਚ, ਕਿ ਸਾਧੂ ਸਤਯੁਗ ਬੀਤਿਆ। ਜਿਹੜਾ ਸਤਯੁਗ ਸੀਗਾ, ਇੱਕ ਯੁੱਗ ਸੀਗਾ। ਸਤਯੁਗ ਭਾਵ ਸੱਤ ਦਾ ਜ਼ਮਾਨਾ, ਜਿਸ ਦੇ ਵਿੱਚ ਰਾਜ ਜਿਹੜਾ ਸੱਚਾਈ ਦਾ ਬੋਲ ਵਾਲਾ ਸੀਗਾ, ਉਸ ਨੂੰ ਸਤਯੁਗ ਕਿਹਾ ਜਾਂਦਾ ਸੀਗਾ। ਤਾਂ ਉਹ ਯੁੱਗ ਕਿਹੋ ਜਿਹਾ ਸੀਗਾ? ਇੱਕ ਸਾਧੂ ਸੁਭਾਅ ਦਾ ਸੀਗਾ, ਬਹੁਤ ਹੀ ਸ਼ਰਾਫਤ ਵਾਲਾ ਭਾਗ ਸੀਗਾ, ਯੁੱਗ ਸੀਗਾ ਇਹ। ਉਹ ਬੀਤ ਗਿਆ। ਅਧਸੀਲੀ ਤ੍ਰੇਤਾ ਆਇਆ, ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਦੂਸਰਾ ਯੁੱਗ ਕਿਹੜਾ ਆਇਆ? ਉਹ ਅਧਸੀਲੀ। ਸੀਲ ਹੁੰਦਾ ਵੀ ਜਿਹੜਾ ਸਾਊਪਣ ਹੋਵੇ, ਹੈ ਨਾ। ਅਧਸੀਲੀ ਅੱਧਾ ਸਾਊ। ਹੁਣ ਇੱਥੇ ਮਤਲਬ ਕੀ ਹੈਗਾ ਵੀ ਨਾ ਉਹ ਬਹੁਤਾ ਸਤਯੁਗ ਦੀ ਤਰ੍ਹਾਂ ਪੂਰਾ ਸੱਚਾ ਸੀ, ਅਤੇ ਨਾ ਹੀ ਉਹ ਕਲਯੁਗ ਦੀ ਤਰ੍ਹਾਂ ਬਹੁਤਾ ਝੂਠਾ ਸੀਗਾ। ਅੱਧ ਵਿਚਾਲਾ ਮਤਲਬ ਜਿਹੜਾ ਸੀਗਾ ਉਹ ਤ੍ਰੇਤਾ ਯੁੱਗ ਆਇਆ। ਅਤੇ ਇਹ ਮੰਨਿਆ ਜਾਂਦਾ ਹੈਗਾ ਵੀ ਇਹ ਸਤਯੁਗ ਨਾਲੋਂ ਘੱਟ ਸੱਚਾਈ ਵਾਲਾ ਸੀਗਾ, ਅਤੇ ਕਲਯੁਗ ਨਾਲੋਂ ਜਿਹੜਾ ਹੈ ਘੱਟ ਇਹਦੇ ਵਿੱਚ ਗੁੱਸਾ ਸਮਝ ਲਓ ਸੀਗਾ। ਠੀਕ ਹੈ। ਅਧਸੀਲੀ ਮਤਲਬ ਅੱਧਾ ਹੀ ਉਹਦੇ ਵਾਲਾ ਸਹਿਣਸ਼ੀਲਤਾ ਵਾਲਾ। ਠੀਕ ਹੈ। ਨੱਚੀ ਕੱਲ ਸਰੋਵਰੀ ਕੱਲ ਨਾਰਦ ਡੋਰੂ ਵਜਾਇਆ। ਡੋਰੂ ਵਜਾਇਆ, ਹੁਣ ਡੋਰੂ ਹੁੰਦਾ ਅਤੇ ਜਿਹੜਾ ਨਾਰਦ ਡੋਰੂ ਵਜਾਉਂਦਾ ਹੁੰਦਾ ਹੈ ਨਾ। ਤਾਂ ਉਸ ਤੋਂ ਬਾਅਦ ਕੀ ਹੋਇਆ? ਤ੍ਰੇਤੇ ਤੋਂ ਬਾਅਦ ਫਿਰ ਨੱਚੀ ਕੱਲ ਸਰੋਸਰੀ, ਅਤੇ ਫਿਰ ਕਲਯੁਗ ਆ ਗਿਆ ਉਸ ਤੋਂ ਬਾਅਦ। ਅਤੇ ਕਲਯੁਗ ਦੇ ਵਿੱਚ ਕੀ ਹੋਇਆ? ਕਲ ਅਤੇ ਨਾਰਦ, ਇਹਨਾਂ ਦੋਹਾਂ ਨੇ ਸਾਰਿਆਂ ਦੇ ਵਿੱਚ ਝਗੜੇ ਪਾਉਣ ਦਾ ਆਪਣਾ ਡੋਰੂ ਵਜਾ ਦਿੱਤਾ। ਭਾਵ ਸਾਰੇ ਪਾਸੇ ਅਸੀਂ ਜਾਣਦੇ ਹਾਂ ਵੀ
ਅਨਿਆਂ ਤੇ ਝੂਠ ਦਾ ਬੋਲਬਾਲਾ ਹੋ ਗਿਆ, ਇਹਦੇ ਕਰਕੇ ਲੜਾਈਆਂ ਝਗੜੇ ਹੋਣ ਲੱਗ ਪਏ। ਤਾਂ ਫਿਰ ਜਦੋਂ ਕਲਯੁਗ ਆ ਗਿਆ ਤਾਂ ਉਦੋਂ ਫਿਰ ਕੀ ਹੋਇਆ, ਅਭਿਮਾਨ ਉਤਾਰਨ ਦਿਓਤਿਆਂ ਮਹਿਖਾਸੁਰ ਸੁੰਭ ਉਪਾਇਆ। ਹੁਣ ਦੇਵਤੇ ਸੀਗੇ ਉਹ ਫਿਰ ਹੰਕਾਰ ਦੇ ਵਿੱਚ ਆ ਗਏ ਇਸ ਯੁੱਗ ਦੇ ਵਿੱਚ, ਅਤੇ ਉਹਨਾਂ ਦਾ ਅਭਿਮਾਨ ਹੰਕਾਰ ਦੂਰ ਕਰਨ ਦੇ ਲਈ ਫਿਰ ਉਸ ਪਰਮਾਤਮਾ ਨੇ ਮਹਿਖਾਸੁਰ ਅਤੇ ਸੁੰਭ ਵਰਗੇ ਰਾਖਸ਼ਾਂ ਨੂੰ ਪੈਦਾ ਕਰ ਦਿੱਤਾ। ਉਪਾਇਆ ਪੈਦਾ ਕਰ ਦਿੱਤਾ, ਇਹ ਦੋ ਨਾਮ ਨੇ ਰਾਖਸ਼ਾਂ ਦੇ, ਠੀਕ ਹੈ। ਵੀ ਦੇਵਤਿਆਂ ਦਾ ਹੰਕਾਰ ਖਤਮ ਕਰਨ ਦੇ ਲਈ ਪਰਮਾਤਮਾ ਨੇ ਮਹਿਖਾਸੁਰ ਅਤੇ ਸੁੰਭ ਨਾਮੀ ਰਾਖਸ਼ਾਂ ਨੂੰ ਪੈਦਾ ਕਰ ਦਿੱਤਾ। ਜੀਤ ਲਈਏ ਤਿੰਨ ਦੇਵਤੇ ਤਹਿ ਲੋਕੀ ਰਾਜ ਕਮਾਇਆ। ਤਹਿ ਲੋਕੀ ਦਾ ਤਿੰਨ ਲੋਕ, ਅਤੇ ਇਹਨਾਂ ਰਾਖਸ਼ਾਂ ਨੇ ਮਹਿਖਾਸੁਰ ਅਤੇ ਸੁੰਭ ਨੇ ਉਹਨਾਂ ਦੇਵਤਿਆਂ ਨੂੰ ਹਰਾ ਦਿੱਤਾ, ਉਹਨਾਂ 'ਤੇ ਜਿੱਤ ਪ੍ਰਾਪਤ ਕਰ ਲਈ ਅਤੇ ਤਿੰਨਾਂ ਲੋਕਾਂ ਦੇ ਵਿੱਚ ਆਪਣਾ ਰਾਜ ਭਾਗ ਕਾਇਮ ਕਰ ਲਿਆ। ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ ਫਿਰਾਇਆ। ਵੀਰ ਹੁੰਦਾ ਬਹਾਦਰ। ਅਤੇ ਫਿਰ ਜਿਹੜਾ ਮਹਿਖਾਸੁਰ ਸੀਗਾ ਉਸਨੇ ਫਿਰ ਇਹ ਜਦੋਂ ਜੰਗ ਜਿੱਤ ਲਈ ਤਾਂ ਆਪਣੇ ਆਪ ਨੂੰ ਉਸਨੇ ਬਹੁਤ ਬਹਾਦਰ ਸੂਰਮਾ ਖਵਾਉਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਉਸਨੇ ਆਪਣੇ ਸਿਰ ਦੇ ਉੱਤੇ ਜਿਹੜਾ ਛਤਰ ਹੈ ਉਹ ਚਲਾ ਲਿਆ, ਰਾਜ ਭਾਗ ਦਾ ਛਤਰ ਚਲਾ ਲਿਆ। ਦਿੱਤਾ ਇੰਦਰ ਅਖਾਏ ਕੇ ਤਿੰਨ ਗਿਰ ਕੈਲਾਸ਼ ਤਕਾਇਆ। ਅਤੇ ਫਿਰ ਕੀ ਹੋਇਆ ਵੀ ਜਦੋਂ ਇਸ ਤਰ੍ਹਾਂ ਦਾ ਵਾਪਰ ਗਿਆ, ਸੌਰੀ ਦਿੱਤਾ ਨਹੀਂ ਹੈਗਾ, ਇਹ ਦਿਓਤਾ ਇੱਥੇ, ਠੀਕ ਆ, ਦੇਵਤਾ ਭਾਵ ਦਿਓਤਾ। ਅਤੇ ਫਿਰ ਜਿਹੜਾ ਇੰਦਰ ਦੇਵਤਾ ਸੀਗਾ ਰਾਜ ਭਾਗ ਕਰ ਰਿਹਾ ਸੀ, ਦੇਵਤਿਆਂ ਦਾ ਰਾਜਾ ਸੀਗਾ, ਵੀ ਉਸ ਨੂੰ ਜਦੋਂ ਮਹਿਖਾਸੁਰ ਨੇ ਹਰਾ ਦਿੱਤਾ ਤਾਂ ਫਿਰ ਉਹ ਡਰ ਕੇ ਕੈਲਾਸ਼ ਪਰਬਤ ਉੱਤੇ ਭੱਜ ਗਿਆ। ਗਿਰ ਹੁੰਦਾ ਪਹਾੜ, ਅਤੇ ਉੱਥੇ ਚਲਿਆ ਗਿਆ, ਉੱਥੇ ਉਸਨੇ ਆਸਰਾ ਲੈ ਲਿਆ, ਉਹ ਡਰ ਕੇ ਉੱਥੇ ਭੱਜ ਗਿਆ। ਡਰ ਕੇ ਹੱਥੋਂ ਦਾਨਵਾਂ ਦਿਨ ਅੰਦਰ ਤਰਾਸ ਵਧਾਇਆ, ਅਤੇ ਉਸਦੇ ਮਨ ਦੇ ਅੰਦਰ ਦਾਨਵਾਂ ਰਾਖਸ਼ਾਂ ਦਾ ਬੜਾ ਹੀ ਡਰ ਪੈਦਾ ਹੋ ਗਿਆ ਅਤੇ ਉਹ ਬੜਾ ਹੀ ਘਬਰਾ ਗਿਆ। ਇੱਕ ਤਾਂ ਦਿਹਾੜੇ ਆਈ ਨਾਮਣ ਦੁਰਗਸ਼ਾ। ਹੁਣ ਇਸ ਤੋਂ ਬਾਅਦ ਕੀ ਹੋਇਆ ਵੀ ਜਿਹੜਾ ਰਾਜਾ ਇੰਦਰ ਸੀਗਾ ਉਹ ਡਰ ਕੇ ਕੈਲਾਸ਼ ਪਰਬਤ ਕੋਲ ਵਿੱਚ ਸ਼ਰਨ ਲੈ ਲਈ ਉਹਨੇ, ਅਤੇ ਉਹ ਰਾਖਸ਼ਾਂ ਤੋਂ ਡਰਨ ਲੱਗ ਪਿਆ। ਫਿਰ ਇੱਕ ਦਿਨ ਦੁਰਗਾ ਦੇਵੀ ਨਦੀ ਦੇ ਵਿੱਚ ਨਹਾਉਣ ਆਈ, ਅਤੇ ਫਿਰ ਉਹਦੀ ਮੁਲਾਕਾਤ ਇੰਦਰ ਦੇਵਤੇ ਦੇ ਨਾਲ ਹੁੰਦੀ ਹੈ। ਅਤੇ ਫਿਰ ਉਹਨੂੰ ਕੀ ਕਹਿੰਦਾ, ਦੇਵੀ ਬਿਰਥਾ ਸੁਣਾਈ ਆਪਣੇ ਹਾਲ ਦੀ। ਅਤੇ ਫਿਰ ਇੰਦਰ ਦੇਵਤੇ ਨੇ ਉਸ ਦੇਵੀ ਨੂੰ, ਦੁਰਗਾ ਦੇਵੀ ਨੂੰ ਆਪਣੀ ਕਹਾਣੀ ਸੁਣਾਈ। ਬਿਰਥਾ ਹੁੰਦੀ ਹੈ ਕਹਾਣੀ, ਆਪਣੇ ਨਾਲ ਵਾਪਰੀ ਹੋਈ ਘਟਨਾ ਸੁਣਾ ਦਿੱਤੀ। ਛੀਨ ਲਈ ਠੁਕਰਾਈ ਸਾਤੇ ਦਾਨਵੀ। ਸਾਤੇ ਸਾਡੇ ਕੋਲੋਂ ਦਾਨਵੀ ਰਾਖਸ਼ਾਂ ਨੇ, ਤਾਂ ਕੀ ਦੱਸਣ ਲੱਗਿਆ, ਛੀਨ ਲਈ ਖੋਹ ਲਈ, ਠੁਕਰਾਈ ਸਾਡਾ ਰਾਜ ਭਾਗ। ਅਤੇ ਉਹ ਦੁਰਗਾ ਦੇਵੀ ਨੂੰ ਕਹਿੰਦਾ ਹੈਗਾ ਇੰਦਰ ਦੇਵਤਾ ਕਿ ਇਹਨਾਂ ਰਾਖਸ਼ਾਂ ਨੇ ਸਾਡਾ ਰਾਜ ਭਾਗ ਸਾਡੇ ਕੋਲੋਂ ਖੋਹ ਲਿਆ ਹੈ। ਲੋਕੀ ਤਹੀਂ ਬਰਾਈ ਦੋਹੀਂ ਆਪਣੀ। ਅਤੇ ਉਹਨਾਂ ਨੇ ਤਿੰਨਾਂ ਲੋਕਾਂ ਦੇ ਵਿੱਚ ਆਪਣੀ ਜੈ ਜੈਕਾਰ ਬੁਲਾ ਲਈ ਹੈਗੀ ਆ। ਬੈਠੇ ਬਾਏ ਵਧਾਈ ਅਤੇ ਅਮਰਾਵਤੀ। ਅਤੇ ਇਹਨਾਂ ਨੇ ਜਿਹੜਾ ਹੈ ਸਾਡੇ ਨਾਲ ਜਿਹੜਾ ਹੈ ਖਾਰ ਖਾਂਦੇ ਨੇ, ਵੈਰ ਵਧਾ ਲਿਆ ਹੈ, ਅਤੇ ਸਾਡੀ ਇਹ ਅਮਰਾਵਤੀ ਦਾ ਅਰਥ ਹੁੰਦਾ ਹੈ ਦੇਵ ਭੂਮੀ, ਵੀ ਦੇਵਤਿਆਂ ਦੀ ਭੂਮੀ ਦੇ ਉੱਤੇ ਕਬਜ਼ਾ ਕਰ ਲਿਆ ਹੈ ਇਹਨਾਂ ਰਾਖਸ਼ਾਂ ਨੇ, ਅਤੇ ਉਹਨਾਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਬੜਾ ਹੀ ਵੈਰ ਭਾਵ ਹੈ। ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ। ਅਤੇ ਇਹਨਾਂ ਰਾਖਸ਼ਾਂ ਨੇ ਸਾਰੇ ਦੇਵਤਿਆਂ ਨੂੰ ਜਿਹੜਾ ਹੈ ਇਸ ਦੇਵਤਿਆਂ ਦੇਵ ਭੂਮੀ ਦੇ ਵਿੱਚੋਂ ਕੱਢ ਦਿੱਤਾ ਹੈ, ਭਜਾ ਦਿੱਤਾ ਹੈ। ਕਿਨਨਾ ਜਿੱਤਿਆਂ ਜਾਈ ਮਹਿਖੇ ਦੈਤ ਨੂੰ। ਕਿਨਨਾ ਦਾ ਕਿਸੇ ਨੇ, ਜਾਈ ਮਤਲਬ ਜਾਣਾ, ਵੀ ਜਿਹੜਾ ਮਹਿਖਾਸੁਰ ਦੈਂਤ ਹੈ ਇੰਨਾ ਤਕੜਾ ਹੈ, ਇੰਨਾ ਬਲਸ਼ਾਲੀ ਹੈ ਕਿ ਉਹ ਕਿਸੇ ਤੋਂ ਵੀ ਜਿੱਤਿਆ ਨਹੀਂ ਜਾਂਦਾ ਹੈਗਾ, ਵੀ ਉਹ ਅਜਿੱਤ ਹੋ ਗਿਆ ਹੈਗਾ, ਇੰਨਾ ਕੁ ਉਹ ਬਹਾਦਰ ਹੈ, ਸੂਰਮਾ ਹੈਗਾ। ਤੇਰੀ ਸ਼ਾਮ ਤਕਾਈ ਦੇਵੀ ਦੁਰਗਸ਼ਾ। ਸ਼ਾਮ ਦਾ ਅਰਥ ਇੱਥੇ ਹੈਗਾ ਸ਼ਰਨ। ਤਾਂ ਇੰਦਰ ਦੇਵਤਾ ਦੁਰਗਾ ਦੇਵੀ ਨੂੰ ਕਹਿੰਦਾ ਹੈਗਾ ਕਿ ਮੈਂ ਹੁਣ ਥੱਕ ਹਾਰ ਗਿਆ ਹਾਂ, ਰਾਖਸ਼ਾਂ ਤੋਂ ਇੰਨਾ ਘਬਰਾ ਗਿਆ ਹੈਗਾ ਕਿ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਤਾਂ ਕਿ ਤੁਸੀਂ ਮੇਰੀ ਸਹਾਇਤਾ ਕਰਕੇ ਮੇਰਾ ਰਾਜ ਹੈ ਜਿਹੜਾ ਉਹ ਵਾਪਸ ਦਵਾ ਸਕੋ। ਇਹ ਤਾਂ ਸੀਗਾ ਇਸ ਭਾਗ ਦੇ ਅਰਥ। ਪ੍ਰਸੰਗ ਦੱਸ ਕੇ ਵਿਆਖਿਆ ਵੀ ਕਹਿ ਸਕਦੇ ਹੈਗੇ ਵਾਰ ਦੁਰਗਾ ਕੀ ਪਾਤਸ਼ਾਹੀ 10ਵੀਂ, ਠੀਕ ਹੈ। ਤਾਂ ਹੁਣ ਅਸੀਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ
ਸਮਝਦੇ ਹੈਗੇ ਹਾਂ ਕਿ ਪਹਿਲਾ ਜੋ ਪ੍ਰਸ਼ਨ ਹੈ ਉਹ ਹੈ ਚੰਡੀ ਦੀ ਵਾਰ ਦੇ ਆਰੰਭ ਦੇ ਵਿੱਚ ਜਿਨ੍ਹਾਂ ਗੁਰੂ ਸਾਹਿਬਾਂ ਦੀ ਆਰਾਧਨਾ ਕੀਤੀ ਗਈ ਹੈ ਉਹਨਾਂ ਦੇ ਨਾਂ ਲਿਖਣੇ ਹੈਗੇ ਨੇ। ਇਸ ਵਾਰ ਦੇ ਆਰੰਭ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਹਿਲਾਂ ਹੋਏ 9 ਗੁਰੂ ਸਾਹਿਬਾਨਾਂ ਦੀ ਆਰਾਧਨਾ ਕੀਤੀ ਹੈ। ਇਹ ਗੁਰੂ ਸਾਹਿਬਾਨ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਜੀ, ਸ਼੍ਰੀ ਗੁਰੂ ਹਰ ਰਾਏ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ। ਕਹਿਣ ਦਾ ਭਾਵ ਕੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਕਰਕੇ ਆਪਾਂ ਪਹਿਲੇ 9 ਗੁਰੂਆਂ ਦੇ ਨਾਮ ਇੱਥੇ ਯਾਦ ਕਰਨੇ ਹੈਗੇ ਨੇ। ਠੀਕ ਹੈ। ਅਤੇ ਅਗਲਾ ਪ੍ਰਸ਼ਨ ਹੈ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਧਿਆਉਣ ਨਾਲ ਕੀ ਫਲ ਮਿਲਦਾ ਹੈ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਧਿਆਉਣ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹੈਗੇ ਨੇ। ਅਗਲਾ ਪ੍ਰਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਮਰਨ ਕਰਨ ਲਈ ਕੀ ਪ੍ਰਾਪਤੀ ਹੁੰਦੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਮਰਨ ਕਰਨ ਦੇ ਨਾਲ 9 ਨਿਧਾਂ ਅਰਥਾਤ ਹਰ ਪ੍ਰਕਾਰ ਦੀ ਧਨ ਸੰਪੱਤੀ ਪ੍ਰਾਪਤ ਹੁੰਦੀ ਹੈ। ਖੰਡਾ ਪ੍ਰਥਮ ਮਨਾਇਕੇ ਵਾਲੀ ਪੌੜੀ ਵਿੱਚ ਪਰਮਾਤਮਾ ਦੁਆਰਾ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕਰਦਿਆਂ ਕੀ ਦੱਸਿਆ ਗਿਆ ਹੈ। ਤਾਂ ਇਸ ਭਾਗ ਦੇ ਵਿੱਚ ਦੱਸਿਆ ਗਿਆ ਹੈ ਕਿ ਪਰਮਾਤਮਾ ਨੇ ਸਭ ਤੋਂ ਪਹਿਲਾਂ ਪਰਮ ਸ਼ਕਤੀ ਦੀ ਸਿਰਜਣਾ ਕਰਕੇ ਸਾਰੇ ਸੰਸਾਰ ਨੂੰ ਪੈਦਾ ਕੀਤਾ। ਫਿਰ ਉਸਨੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨੂੰ ਪੈਦਾ ਕੀਤਾ, ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। ਫਿਰ ਉਸਨੇ ਸਮੁੰਦਰ, ਪਹਾੜ ਅਤੇ ਦਰਿਆ ਬਣਾਏ ਅਤੇ ਥੰਮਾਂ ਤੋਂ ਬਿਨਾਂ ਆਕਾਸ਼ ਨੂੰ ਟਿਕਾ ਦਿੱਤਾ। ਫਿਰ ਉਸਨੇ ਦੈਂਤ ਅਤੇ ਦੇਵਤੇ ਪੈਦਾ ਕੀਤੇ ਅਤੇ ਉਹਨਾਂ ਵਿੱਚ ਝਗੜੇ ਦਾ ਮੁੱਢ ਬੰਨ੍ਹ ਦਿੱਤਾ ਅਤੇ ਦੁਰਗਾ ਨੂੰ ਪੈਦਾ ਕਰਕੇ ਦੈਂਤਾਂ ਦਾ ਨਾਸ਼ ਕਰਵਾਇਆ। ਅਗਲਾ ਪ੍ਰਸ਼ਨ ਖੰਡਾ ਪ੍ਰਥਮ ਮਨਾਇਕੇ ਵਾਲੀ ਪੌੜੀ ਵਿੱਚ ਕਿਹੜੇ ਕਿਹੜੇ ਦੇਵੀ ਦੇਵਤਿਆਂ ਦੇ ਨਾਮ ਆਏ ਹੈਗੇ ਨੇ। ਤਾਂ ਇਸ ਭਾਗ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼, ਦੁਰਗਾ, ਸ਼੍ਰੀ ਰਾਮ ਚੰਦਰ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਆਇਆ ਹੈ। ਅਗਲਾ ਪ੍ਰਸ਼ਨ ਇਸ ਪੌੜੀ ਵਿੱਚ ਪਰਮਾਤਮਾ ਦੀ ਸ਼ਕਤੀ ਬਾਰੇ ਕੀ ਦੱਸਿਆ ਗਿਆ ਹੈ। ਇਸ ਪੌੜੀ ਵਿੱਚ ਪਰਮਾਤਮਾ ਦੀ ਸ਼ਕਤੀ ਬਾਰੇ ਦੱਸਿਆ ਹੈ ਕਿ ਪਰਮਾਤਮਾ ਹੀ ਪਰਮ ਸ਼ਕਤੀ ਦਾ ਸਿਰਜਣਹਾਰ ਹੈ। ਉਸਨੇ ਹੀ ਸ਼ਕਤੀਸ਼ਾਲੀ ਦੁਰਗਾ ਨੂੰ ਪੈਦਾ ਕਰਕੇ ਦੈਂਤਾਂ ਦਾ ਨਾਸ਼ ਕਰਾਇਆ। ਉਸਨੇ ਹੀ ਰਾਮਚੰਦਰ ਜੀ ਨੂੰ ਪੈਦਾ ਕਰਕੇ ਰਾਵਣ ਦਾ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਪੈਦਾ ਕਰਕੇ ਕੰਸ ਦਾ ਨਾਸ਼ ਕਰਵਾਇਆ ਸੀ। ਅਗਲਾ ਪ੍ਰਸ਼ਨ ਤ੍ਰੇਤਾ ਯੁੱਗ ਵਿੱਚ ਰਾਖਸ਼ਾਂ ਨੇ ਕੀ ਕੀਤਾ। ਤ੍ਰੇਤਾ ਯੁੱਗ ਵਿੱਚ ਪਰਮਾਤਮਾ ਨੇ ਦੇਵਤਿਆਂ ਦਾ ਹੰਕਾਰ ਤੋੜਨ ਲਈ ਮਹਿਕਾਸੁਰ ਅਤੇ ਸੁੰਭ ਵਰਗੇ ਰਾਖਸ਼ਾਂ ਨੂੰ ਪੈਦਾ ਕੀਤਾ। ਉਹਨਾਂ ਨੇ ਦੇਵਤਿਆਂ ਨੂੰ ਜਿੱਤ ਕੇ ਤਿੰਨਾਂ ਲੋਕਾਂ ਵਿੱਚ ਆਪਣੀ ਧਾਂਕ ਜਮਾ ਲਈ। ਮਹਿਕਾਸੁਰ ਦੈਂਤ ਆਪਣੇ ਆਪ ਨੂੰ ਵੱਡਾ ਯੋਧਾ ਖਵਾਉਣ ਲੱਗਿਆ ਅਤੇ ਉਸਨੇ ਆਪਣੇ ਸਿਰ ਉੱਤੇ ਰਾਜ ਦਾ ਛਤਰ ਚਲਵਾ ਲਿਆ। ਉਸਨੇ ਇੰਦਰ ਦੇਵਤੇ ਨੂੰ ਦੇਵ ਭੂਮੀ ਵਿੱਚੋਂ ਕੱਢ ਦਿੱਤਾ। ਅਗਲਾ ਪ੍ਰਸ਼ਨ ਰਾਖਸ਼ਾਂ ਹੱਥੋਂ ਹਾਰੇ ਇੰਦਰ ਦੀ ਕੀ ਹਾਲਤ ਹੋਈ। ਰਾਖਸ਼ਾਂ ਭਾਵ ਮਹਿਕਾਸੁਰ ਅਤੇ ਸੁੰਭ ਨੇ ਜਦੋਂ ਇੰਦਰ ਨੂੰ ਹਰਾ ਦਿੱਤਾ ਅਤੇ ਦੇਵ ਭੂਮੀ ਵਿੱਚੋਂ ਕੱਢ ਦਿੱਤਾ ਅਤੇ ਉਸਨੇ ਫਿਰ ਡਰ ਕੇ ਕੈਲਾਸ਼ ਪਰਬਤ 'ਤੇ ਜਾ ਕੇ ਸ਼ਰਨ ਲੈ ਲਈ ਅਤੇ ਫਿਰ ਉਸਨੇ ਸਹਾਇਤਾ ਲਈ ਦੁਰਗਾ ਦੇਵੀ ਜੀ ਕੋਲ ਜਾ ਕੇ ਬੇਨਤੀ ਕੀਤੀ। ਅਗਲਾ ਪ੍ਰਸ਼ਨ ਇੰਦਰ ਦੁਰਗਾ ਦੀ ਸ਼ਰਨ ਵਿੱਚ ਕਿਉਂ ਗਿਆ। ਸਤੋਗੁਣੀ ਸੁਭਾਅ ਵਾਲੇ ਸਤਯੁਗ ਦੇ ਬੀਤਣ ਮਗਰੋਂ ਅੱਧੇ ਠੰਡੇ ਸੁਭਾਅ ਵਾਲਾ ਤ੍ਰੇਤਾ ਯੁੱਗ ਚੱਲ ਪਿਆ। ਕਲ ਅਤੇ ਨਾਰਦ ਨੇ ਆਪਣਾ ਡੌਰੂ ਵਜਾਇਆ ਅਤੇ ਹਰ ਕੋਈ ਝਗੜਿਆਂ ਵਿੱਚ ਰੁੱਝ ਗਿਆ। ਦੇਵਤੇ ਬਹੁਤ ਹੰਕਾਰੇ ਗਏ ਅਤੇ ਪਰਮਾਤਮਾ ਨੇ ਉਹਨਾਂ ਦਾ ਹੰਕਾਰ ਤੋੜਨ ਲਈ ਮਹਿਕਾਸੁਰ ਅਤੇ ਸੁੰਭ ਵਰਗੇ ਰਾਖਸ਼ ਪੈਦਾ ਕੀਤੇ ਅਤੇ ਫਿਰ ਇਹਨਾਂ ਨੇ ਤਿੰਨਾਂ ਲੋਕਾਂ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਇੰਦਰ ਨੂੰ ਦੇਵ ਭੂਮੀ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਦੈਂਤਾਂ ਤੋਂ ਘਬਰਾ ਕੇ ਇੰਦਰ ਰਾਜਾ ਦੁਰਗਾ ਦੇਵੀ ਦੀ ਸ਼ਰਨ ਵਿੱਚ ਪਹੁੰਚ ਗਿਆ। ਅਗਲਾ ਪ੍ਰਸ਼ਨ ਇੰਦਰ ਦੁਆਰਾ ਦੁਰਗਾ ਅੱਗੇ ਫਰਿਆਦ ਕਰਨ ਦੀ ਘਟਨਾ ਲਿਖੋ। ਜਦੋਂ ਰਾਖਸ਼ਾਂ ਨੇ ਇੰਦਰ ਨੂੰ ਦੇਵਪੁਰੀ ਵਿੱਚੋਂ ਕੱਢ ਦਿੱਤਾ ਤਾਂ ਉਹ ਸਹਾਇਤਾ ਪ੍ਰਾਪਤ ਕਰਨ ਲਈ ਦੁਰਗਾ ਦੇਵੀ ਕੋਲ ਪੁੱਜਿਆ ਅਤੇ ਉਸਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਅਤੇ ਕਿਹਾ ਕਿ ਉਹਨਾਂ ਦੇ ਨਾਲ ਜੋ ਵਾਪਰਿਆ ਸੀ ਉਹ ਦੱਸਿਆ। ਤਾਂ ਦੁਰਗਾ ਦੇਵੀ ਨੇ ਉਸ ਨੂੰ ਬੇਫਿਕਰ ਹੋ ਜਾਣ ਲਈ ਕਿਹਾ। ਅਗਲਾ ਪ੍ਰਸ਼ਨ ਇੰਦਰ ਨੇ ਦੁਰਗਾ ਦੇਵੀ ਨੂੰ ਕੀ ਕਿਹਾ। ਇੰਦਰ ਨੇ ਕਿਹਾ ਕਿ ਹੇ ਦੁਰਗਾ ਦੇਵੀ, ਦੈਂਤਾਂ ਨੇ ਸਾਡੇ ਕੋਲ ਸਾਡੀ ਸਰਦਾਰੀ ਖੋਹ ਲਈ ਹੈ। ਉਸ ਨੇ ਤਿੰਨਾਂ ਲੋਕਾਂ ਭਾਵ ਮਾਤਲੋਕ, ਆਕਾਸ਼ਲੋਕ ਅਤੇ ਪਤਾਲ ਲੋਕ ਵਿੱਚ ਆਪਣੇ ਨਾਂ ਦਾ ਢੰਡੋਰਾ ਪਟਾ ਦਿੱਤਾ ਹੈ। ਉਹਨਾਂ ਨੇ ਸਾਡੇ ਨਾਲ ਵੈਰ ਵਧਾ ਕੇ ਦੇਵ ਭੂਮੀ ਉੱਤੇ ਕਬਜ਼ਾ ਕਰ ਲਿਆ ਹੈ। ਸਾਡੇ ਵਿੱਚੋਂ ਕੋਈ ਵੀ ਮਹਿਕਾਸੁਰ ਦੈਂਤ ਉੱਪਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ। ਹੇ ਦੇਵੀ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਰਾਖਸ਼ਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰ। ਅਗਲਾ ਪ੍ਰਸ਼ਨ ਹੈ ਸਾਡਾ ਜੋ
ਚੰਡੀ ਦੀ ਵਾਰ ਦਾ ਵਿਸ਼ਾ ਕੀ ਹੈ? ਚੰਡੀ ਦੀ ਵਾਰ ਦਾ ਵਿਸ਼ਾ ਦੁਰਗਾ ਦੇਵੀ ਦੀ ਅਗਵਾਈ ਵਿੱਚ ਦੇਵਤਿਆਂ ਦੀ ਰਾਖਸ਼ਾਂ ਦੇ ਨਾਲ ਲੜਾਈ ਅਤੇ ਅੰਤ ਵਿੱਚ ਦੁਰਗਾ ਦੇਵੀ ਦੀ ਜਿੱਤ ਦਾ ਹੈਗਾ। ਅਤੇ ਉਹ ਫਿਰ ਇੰਦਰ ਦਾ ਜਿਹੜਾ ਹੈ ਰਾਜ ਤਿਲਕ ਕਰਦੀ ਹੈ ਅਤੇ ਆਪ ਅਲੋਪ ਹੋ ਜਾਂਦੀ ਹੈ। ਇਹ ਕਹਾਣੀ ਮਿਥਿਹਾਸਕ ਹੈ ਜੋ ਕਿ ਮਾਰਕੰਡੇ ਪੁਰਾਣ ਵਿੱਚੋਂ ਲਈ ਗਈ ਹੈ। ਕਈ ਲੋਕਾਂ ਦਾ ਵਿਚਾਰ ਹੈ ਕਿ ਇਸ ਵਿੱਚ ਦੇਵਤਿਆਂ ਅਤੇ ਰਾਖਸ਼ਾਂ ਦੀ ਲੜਾਈ ਅਸਲ ਵਿੱਚ ਨੇਕੀ ਅਤੇ ਬਦੀ ਦੀ ਲੜਾਈ ਹੈ, ਜਿਸ ਵਿੱਚ ਨੇਕੀ ਦੀ ਜਿੱਤ ਹੁੰਦੀ ਹੈ। ਇਸ ਪ੍ਰਕਾਰ ਇਸ ਵਾਰ ਦਾ ਵਿਸ਼ਾ ਚਿੰਨ੍ਹਾਤਮਕ ਹੈ ਜੋ ਕਿ ਸਾਨੂੰ ਪ੍ਰੇਰਨਾ ਕਰਦਾ ਹੈ ਕਿ ਸਾਨੂੰ ਹਮੇਸ਼ਾ ਨੇਕੀ ਹੀ ਕਰਨੀ ਚਾਹੀਦੀ ਹੈ। ਅਗਲਾ ਪ੍ਰਸ਼ਨ, ਚੰਡੀ ਦੀ ਵਾਰ ਕਿਹੜੇ ਛੰਦ ਵਿੱਚ ਲਿਖੀ ਹੋਈ ਹੈ? ਇਸ ਦਾ ਉੱਤਰ ਹੈ ਨਿਸ਼ਾਨੀ ਅਤੇ ਸਿਰਖੰਡੀ ਛੰਦ ਵਿੱਚ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਕਿਹੜੇ ਗ੍ਰੰਥ ਵਿੱਚ ਸੰਗ੍ਰਹਿਤ ਹੈ? ਇਸ ਦਾ ਉੱਤਰ ਹੈ 10ਵੇਂ ਗ੍ਰੰਥ ਦੇ ਵਿੱਚ। ਤਾਂ ਇਹ ਤਾਂ ਸੀਗਾ ਸਾਡਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਹੋਇਆ ਸ਼ਬਦ ਸੀ ਸਾਡਾ ਵਾਰ ਦੁਰਗਾ ਕੀ ਪਾਤਸ਼ਾਹੀ 10ਵੀਂ। ਇਸ ਦੇ ਅਰਥ, ਕੇਂਦਰੀ ਭਾਵ ਅਤੇ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦੇ ਉੱਤਰ ਉਮੀਦ ਕਰਦੀ ਹੈਗੀ ਆ ਕਿ ਤੁਹਾਨੂੰ ਇਹ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ ਜ਼ਰੂਰ ਦੇਖਿਓ। ਅਤੇ ਵਿਦਿਆਰਥੀਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ, ਮੈਂ ਤੁਹਾਡਾ ਸਿਲੇਬਸ ਹਰ ਹਾਲਤ ਦੇ ਵਿੱਚ ਪੂਰਾ ਕਰਾਉਂਗੀ ਬੇਟਾ। ਅਤੇ ਜੇਕਰ ਵੀਡੀਓ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋਈ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਹਾਂ ਅਗਲੀ ਵੀਡੀਓ ਦੇ ਨਾਲ।